ਸਤਿ ਸ਼੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਵਾਰਕਾਰ ਨਜ਼ਾਬਤ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਪੁੱਜਦੀਆਂ ਰਹਿਣ, ਅਤੇ ਨਾਲ ਹੀ ਸਾਹਿਤਕ ਸੱਤ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਵਾਰ ਨਾਦਰ ਸ਼ਾਹ, ਜੋ ਕਿ ਪੰਜਾਬੀ ਦੇ ਪ੍ਰਸਿੱਧ ਵਾਰਕਾਰ ਨਜ਼ਾਬਤ ਦੁਆਰਾ ਲਿਖੀ ਗਈ ਹੈ, ਇਸ ਦਾ ਵਾਰ ਸਾਹਿਤ ਦੇ ਵਿੱਚ ਕਾਫੀ ਵਡਮੁੱਲਾ ਸਥਾਨ ਹੈ। ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਗਈ ਚੰਡੀ ਦੀ ਵਾਰ ਤੋਂ ਬਾਅਦ ਕਿਸੇ ਰਚਨਾ ਨੂੰ ਜੇਕਰ ਵਾਰ ਸਾਹਿਤ ਦੇ ਵਿੱਚ ਮਕਬੂਲੀਅਤ ਹਾਸਲ ਹੈ ਤਾਂ ਉਹ ਹੈ ਨਜ਼ਾਬਤ ਦੁਆਰਾ ਲਿਖੀ ਗਈ ਵਾਰ ਨਾਦਰ ਸ਼ਾਹ। ਕਿਉਂਕਿ ਨਾਦਰ ਸ਼ਾਹ ਜੋ ਸੀ ਉਹ ਇੱਕ ਇਰਾਨੀ ਬਾਦਸ਼ਾਹ ਸੀ। ਜਿਸ ਵੇਲੇ ਉਸਨੇ ਹਿੰਦੁਸਤਾਨ ਦੀ ਧਰਤੀ ਉੱਤੇ ਹਮਲਾ ਕੀਤਾ, ਉਸ ਵੇਲੇ ਇੱਥੋਂ ਦੀਆਂ ਜੋ ਪ੍ਰਸਥਿਤੀਆਂ ਸਨ ਉਹ ਬੜੀਆਂ ਨਾ ਖੁਸ਼ਗਵਾਰ ਸਨ, ਕਾਫੀ ਯੁੱਗਗਰਦੀ ਦਾ ਮਾਹੌਲ ਸੀ। ਸੋ ਉਸ ਸਮੇਂ ਜੋ ਹੈ ਵਾਰ ਦਾ ਲਿਖਿਆ ਜਾਣਾ ਕੁਦਰਤੀ ਵੀ ਸੀ, ਕਿਉਂਕਿ ਨਜ਼ਾਬਤ ਨੇ ਇੱਕ ਸੰਜੀਦਾ ਸ਼ਾਇਰ ਜਾਂ ਲੇਖਕ ਦੀ ਭੂਮਿਕਾ ਨੂੰ ਨਿਭਾਉਂਦਿਆਂ ਹੋਇਆਂ ਆਪਣੀਆਂ ਸਮਕਾਲੀ ਪ੍ਰਸਥਿਤੀਆਂ ਨੂੰ ਵਾਰ ਨਾਦਰ ਸ਼ਾਹ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਲਿਆਂਦਾ। ਜਿੱਥੋਂ ਤੱਕ ਨਜ਼ਾਬਤ ਦੇ ਜੀਵਨ ਦਾ ਸਵਾਲ ਹੈ, ਉਸ ਦੇ ਜੀਵਨ ਬਾਰੇ ਸਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ, ਪਰ ਫਿਰ ਵੀ ਬਾਵਾ ਬੁੱਧ ਸਿੰਘ ਲਿਖਦੇ ਹਨ ਕਿ ਨਜ਼ਾਬਤ ਦਾ ਜਨਮ ਮਟੀਲਾ ਹਰਲਾ, ਜ਼ਿਲ੍ਹਾ ਸ਼ਾਹਪੁਰ ਜੋ ਕਿ ਪਾਕਿਸਤਾਨ ਵਿਖੇ ਹੈ, ਦੇ ਇੱਕ ਹਰਲ ਰਾਜਪੂਤ ਘਰਾਣੇ ਦੇ ਵਿੱਚ ਹੋਇਆ। ਔਰ ਜੋ ਸੈਯਦ ਚਿਰਾਗ ਸ਼ਾਹ ਜੋ ਸਨ, ਉਹਨਾਂ ਦਾ ਮੁਰੀਦ ਸੀ ਨਜ਼ਾਬਤ। ਨਜ਼ਾਬਤ ਦੁਆਰਾ ਲਿਖੀ ਗਈ ਰਚਨਾ ਵਾਰ ਨਾਦਰ ਸ਼ਾਹ ਇੱਕ ਪ੍ਰਮਾਣਿਕ ਰਚਨਾ ਹੈ ਜੋ ਨਾਦਰ ਸ਼ਾਹ ਦੀ ਰਚੀ ਹੋਈ ਦੱਸੀ ਜਾਂਦੀ ਹੈ। ਪਰ ਇਸ ਰਚਨਾ ਬਾਰੇ ਵਿਦਵਾਨਾਂ ਦੇ ਵਿੱਚ ਕਾਫੀ ਚੁੰਝ ਚਰਚਾ ਚੱਲਦੀ ਰਹੀ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਨਜ਼ਾਬਤ ਦੀ ਜਿਹੜੀ ਇਹ ਰਚਨਾ ਹੈ ਕਿ ਇਸ ਨੂੰ ਲੱਭਣ, ਸੰਭਾਲਣ ਅਤੇ ਛਾਪਣ ਦਾ ਸਿਹਰਾ ਵੀ ਜੋ ਹੈ ਉਹ ਐਡਵਰਡ ਮੈਕਲੈਗਨ ਨਾਂ ਦੇ ਇੱਕ ਵਿਦਵਾਨ, ਅੰਗਰੇਜ਼ ਵਿਦਵਾਨ ਦੇ ਸਿਰ ਜਾਂਦਾ ਹੈ। ਕਿਉਂਕਿ ਅੰਗਰੇਜ਼ ਜੋ ਸਨ ਉਹ ਬੇਹੱਦ ਸਾਹਿਤ ਅਤੇ ਕਲਾ ਪ੍ਰੇਮੀ ਕੌਮ ਸੀ। ਸੋ ਸਰ ਐਡਵਰਡ ਮੈਕਲੈਗਨ ਨੇ ਕਿਸੇ ਮਰਾਸੀ ਪਾਸੋਂ ਇਹ ਵਾਰ ਥੋੜ੍ਹੀ ਜਿਹੀ ਸੁਣੀ ਜਾਂ ਉਹਨਾਂ ਨੂੰ ਇਸ ਦਾ ਕੁਝ ਛੋਟਾ ਜਿਹਾ ਰੂਪ ਹਾਸਿਲ ਹੋਇਆ, ਤਾਂ ਉਹਨਾਂ ਨੇ ਉਸ ਲੱਭਤ ਨੂੰ ਪ੍ਰਸਿੱਧ ਖੋਜੀ ਵਿਦਵਾਨ ਜੋ ਪੰਡਿਤ ਹਰੀ ਕ੍ਰਿਸ਼ਨ ਕੌਲ ਸਨ ਉਹਨਾਂ ਦੇ ਹਵਾਲੇ ਕਰ ਦਿੱਤਾ। ਅਤੇ ਪੰਡਿਤ ਹਰੀ ਕ੍ਰਿਸ਼ਨ ਕੌਲ ਨੇ ਪੂਰੀ ਮਿਹਨਤ ਦੇ ਨਾਲ ਇਸ ਵਾਰ ਨੂੰ ਬਾਕੀ ਹਿੱਸੇ ਨੂੰ ਵੀ ਇਕੱਠਾ ਕੀਤਾ ਅਤੇ ਉਸਨੂੰ ਰੋਮਨ ਲਿਪੀ ਦੇ ਵਿੱਚ ਛਾਪ ਦਿੱਤਾ, ਜੋ ਕਿ ਅੱਜ ਸਾਡੇ ਕੋਲ ਮੌਜੂਦ ਹੈ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਸਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਰਚਨਾ ਨਹੀਂ ਹੈ, ਇਹ ਵਾਰ ਮੁਕੰਮਲ ਨਹੀਂ ਹੈ, ਕਿਉਂਕਿ ਜਿੰਨੀ ਉਸ ਵੇਲੇ ਉਹਨਾਂ ਦੁਆਰਾ ਛਾਪ ਦਿੱਤੀ ਗਈ ਓਨੀ ਹੀ ਇਹ ਮੌਜੂਦ ਹੈ। ਦੂਜੇ ਪਾਸੇ ਕੁਝ ਵਿਦਵਾਨ ਅਜਿਹੇ ਹਨ ਜਿਨ੍ਹਾਂ ਦਾ ਇਹ ਕਹਿਣਾ ਹੈ ਜਾਂ ਇਹ ਮੰਨਣਾ ਹੈ ਕਿ ਇਹ ਵਾਰ ਸਭ ਤੋਂ ਪਹਿਲਾਂ ਸੈਯਦ ਸ਼ਾਹ ਚਿਰਾਗ ਨੇ ਲਿਖੀ ਸੀ, ਫਿਰ ਉਸ ਦੇ ਚੇਲੇ ਨਜ਼ਾਬਤ ਨੇ ਇਸ ਨੂੰ ਆਪਣੇ ਨਾਮ ਹੇਠ ਜੋ ਹੈ ਸਵਾਰ ਕੇ ਛਪਵਾ ਲਿਆ ਜਾਂ ਲਿਖ ਦਿੱਤਾ ਜਾਂ ਪ੍ਰਕਾਸ਼ਿਤ ਕਰਵਾ ਲਿਆ। ਪਰ ਕੁਝ ਵਿਦਵਾਨ ਅਜਿਹੇ ਵੀ ਹਨ ਕਿ ਜੋ ਇਸ ਚਰਚਾ ਨੂੰ ਸੱਚ ਨਹੀਂ ਮੰਨਦੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਸ਼ਾਹ ਚਿਰਾਗ ਜੋ ਸੀ ਉਹ ਇੱਕ ਸੂਫੀ ਵਿਦਵਾਨ ਸਨ ਅਤੇ ਸੂਫੀਆਂ ਨੂੰ ਵਾਰਾਂ ਲਿਖਣ ਦਾ ਸ਼ੌਂਕ ਨਹੀਂ ਹੁੰਦਾ, ਉਹ ਕਾਫੀਆਂ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੁੰਦੀ ਹੈ। ਅਤੇ ਦੂਜਾ, ਇਹ ਵਾਰ ਜੋ ਹੈ ਹਿੰਦੂ ਵੀਰ ਕਾਵਿ ਦੇ ਨਿਯਮਾਂ ਅਨੁਸਾਰ ਲਿਖੀ ਗਈ ਹੈ, ਕਿਉਂਕਿ ਇਸ ਦੇ ਵਿੱਚ ਪੁਰਾਣਿਕ ਹਵਾਲੇ ਮਿਲਦੇ ਹਨ। ਕੱਲ ਅਤੇ ਨਾਰਦ ਦਾ ਜੋ ਪਾਤਰ ਹੈ, ਜਿਹੜੇ ਅਸਲ ਦੇ ਵਿੱਚ ਇਸ ਲੜਾਈ ਦਾ ਮੁੱਢ ਬੰਨ੍ਹਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਇਸ ਹਵਾਲੇ ਨਾਲ ਵੀ ਦੱਸਿਆ ਜਾਂਦਾ ਹੈ ਕਿ ਇਹ ਨਾਦਰ ਸ਼ਾਹ ਦੀ ਰਚਨਾ ਨਹੀਂ ਹੈ। ਅਤੇ ਮੁਸਲਿਮ ਵੀਰਕਾਰ ਵਿੱਚ ਅਜਿਹਾ ਕੀਤਾ ਨਹੀਂ ਜਾਂਦਾ। ਇਸ ਕਰਕੇ ਸਿੱਟੇ ਵਜੋਂ ਉਹ ਇਹ ਦੱਸਦੇ ਹਨ ਕਿ ਹੋ ਸਕਦਾ ਹੈ ਕਿ ਇਹ ਵਾਰ ਕਿਸੇ ਹਿੰਦੂ ਕਵੀ ਜਾਂ ਕਿਸੇ ਭੱਟ ਜਾਂ ਮਰਾਸੀ ਦੁਆਰਾ ਸਿਰਜੀ ਗਈ ਹੋਏ, ਜਿਸ ਨੂੰ ਨਜ਼ਾਬਤ ਨੇ ਆਪਣੇ ਨਾਮ ਹੇਠ ਪ੍ਰਕਾਸ਼ਿਤ ਕਰਵਾ ਲਿਆ। ਪਰ ਦੂਜੇ ਪਾਸੇ ਜਿਹੜੇ ਵਿਦਵਾਨ ਇਸ ਰਚਨਾ ਨੂੰ ਨਜ਼ਾਬਤ ਦੀ ਰਚਨਾ ਦੱਸਣ ਦਾ ਦਾਅਵਾ ਕਰਦੇ ਹਨ ਜਾਂ ਦਾਅਵਾ ਕਰਦੇ ਹਨ, ਉਹ ਇਸ ਦੇ ਹਵਾਲੇ ਵਜੋਂ ਇਹ ਤੁਕਾਂ ਦਿੰਦੇ ਹਨ
ਕਿ ਇਸ ਵਾਰ ਦੀ 564ਵੀਂ ਤੁਕ ਜੋ ਹੈ ਉਸ ਦੇ ਵਿੱਚ ਜ਼ਬਤੇ-ਕਾਰ ਅਮੀਰ ਨਜ਼ਾਬਤ ਮਾਤ ਯਤਨ ਪਾਤਸ਼ਾਹਾਂ ਜਾਂ ਨਜ਼ਾਬਤ ਗੱਲਾਂ ਅਗਲੀਆਂ ਵੱਡੀ ਖੋਟ ਮਾਰੀ ਸ਼ਤਰੰਜ ਦੀ, ਭਾਵ ਇਹਨਾਂ ਦੋਹਾਂ ਸਤਰਾਂ ਦੇ ਵਿੱਚ ਜੋ ਨਜ਼ਾਬਤ ਸ਼ਬਦ ਆਇਆ ਹੈ ਇਸ ਦੇ ਆਧਾਰ 'ਤੇ ਹੀ ਇਸ ਰਚਨਾ ਨੂੰ ਨਾਦਰ ਸ਼ਾਹ ਦੇ ਬਾਰੇ ਲਿਖੀ ਗਈ ਨਜ਼ਾਬਤ ਦੀ ਵਾਰ ਮੰਨਿਆ ਜਾਂਦਾ ਹੈ। ਜਿੱਥੋਂ ਤੱਕ ਨਾਦਰ ਸ਼ਾਹ ਦਾ ਸੰਬੰਧ ਹੈ, ਇਹ ਅਸਲ ਦੇ ਵਿੱਚ ਇਸ ਵਾਰ ਦਾ ਮੁੱਖ ਪਾਤਰ ਹੈ ਔਰ ਜੋ ਕਿ ਤੁਕਨਾਮੀ ਫਿਕਰਾ ਜੋ ਸੀ, ਫਿਰਕਾ ਜੋ ਸੀ, ਘਰਾਨਾ ਜੋ ਸੀ, ਉਸ ਦੇ ਨਾਲ ਸੰਬੰਧ ਰੱਖਦਾ ਸੀ ਔਰ 1736 ਈਸਵੀ ਦੇ ਵਿੱਚ ਤਖਤ 'ਤੇ ਬੈਠਾ ਸੀ ਅਤੇ ਉਸ ਤੋਂ ਬਾਅਦ 1738 ਅਤੇ 39 ਈਸਵੀ ਤੱਕ ਜੋ ਹੈ 38 ਔਰ 39 ਈਸਵੀ ਦੇ ਦੌਰਾਨ ਜੋ ਹੈ ਨਾਦਰ ਸ਼ਾਹ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਅਤੇ ਉਸ ਵੇਲੇ ਦਿੱਲੀ ਦੇ ਤਖਤ ਦਾ ਜੋ ਬਾਦਸ਼ਾਹ ਸੀ ਉਹ ਮੁਹੰਮਦ ਸ਼ਾਹ ਰੰਗੀਲਾ ਸੀ ਔਰ ਬਹਾਦਰ ਸ਼ਾਹ ਜੋ ਸੀ ਉਸ ਵੱਲੋਂ ਉਸ ਦੀਆਂ ਫੌਜਾਂ ਦਾ ਸੈਨਾਪਤੀ ਖਾਨ ਦੌਰਾ ਅਤਿਅੰਤ ਬਹਾਦਰੀ ਦੇ ਨਾਲ ਲੜਿਆ ਅਤੇ ਕਰਨਾਲ ਦੇ ਮੈਦਾਨ ਵਿੱਚ ਫੈਸਲਾਕੁਨ ਲੜਾਈ ਦੇ ਵਿੱਚ ਮਾਰਿਆ ਗਿਆ ਅਤੇ ਇਸ ਤੋਂ ਪਿੱਛੋਂ ਨਾਦਰ ਸ਼ਾਹ ਨੇ ਦਿੱਲੀ ਉੱਤੇ ਹਮਲਾ ਕਰਕੇ ਉੱਥੇ ਕਤਲੇਆਮ ਮਚਾ ਦਿੱਤਾ ਅਤੇ ਵਾਰ ਦਾ ਭੋਗ ਜੋ ਹੈ ਕਰਨਾਲ ਦੀ ਲੜਾਈ ਉੱਤੇ ਹੀ ਪੈ ਜਾਂਦਾ ਹੈ। ਕੁਝ ਖੋਜੀ ਜਿਹੜੇ ਹਨ ਇਸ ਵਾਰ ਬਾਰੇ ਇਹ ਕਹਿੰਦੇ ਹਨ ਕਿ ਕਿਉਂਕਿ ਨਜ਼ਾਬਤ ਜੋ ਸੀ ਇੱਕ ਇਸਲਾਮ ਨੂੰ ਮੰਨਣ ਵਾਲਾ ਸ਼ਖਸੀਅਤ ਸੀ, ਇਸ ਲਈ ਉਸਨੇ ਜੋ ਦਿੱਲੀ ਦੇ ਹਮਲੇ ਸਮੇਂ ਜੋ ਕਤਲੇਆਮ ਹੋਇਆ ਹੈ ਉਸ ਨੂੰ ਇਸ ਵਾਰ ਦੇ ਵਿੱਚ ਪੇਸ਼ ਨਹੀਂ ਕੀਤਾ। ਅਤੇ ਦੂਜੇ ਪਾਸੇ ਕੁਝ ਖੋਜੀ ਇਹ ਵੀ ਦੱਸਦੇ ਹਨ ਕਿ ਅਸਲ ਦੇ ਵਿੱਚ ਜੋ ਨਜ਼ਾਬਤ ਸੀ ਉਸ ਨੇ ਜੋ ਕਰਨਾਲ ਦੀ ਲੜਾਈ ਉੱਤੇ ਜਦੋਂ ਇਸ ਵਾਰ ਦਾ ਭੋਗ ਇਸ ਲਈ ਪਾਇਆ ਹੈ ਕਿਉਂਕਿ ਕਰਨਾਲ ਦੀ ਲੜਾਈ ਜਦੋਂ ਹੋਈ ਹੈ ਤਾਂ ਉਸ ਤੋਂ ਬਾਅਦ ਜੋ ਦਿੱਲੀ ਦਾ ਕਤਲੇਆਮ ਹੈ ਉਸ ਦੇ ਵਿੱਚ ਵਕਫਾ ਪੈਦਾ ਹੁੰਦਾ ਹੈ ਅਤੇ ਉਸ ਵਕਫੇ ਦੌਰਾਨ ਜਿਹੜੀ ਹੈ ਉਸਨੇ ਇਹ ਵਾਰ ਲਿਖੀ ਹੈ। ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਤਾਂ ਇਹ ਵਾਰ ਜਿਸ ਦੇ ਵਿੱਚ 38 ਕਾਂਡ ਹਨ ਕੁੱਲ ਔਰ ਇਸ ਦੀਆਂ ਪੌੜੀਆਂ ਹਨ 86 ਔਰ ਇਹਨਾਂ 86 ਪੌੜੀਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਹੈ ਕਵੀ ਨੇ ਪਹਿਲੀ ਪੌੜੀ ਦੀ ਉਹ ਪਰਮਾਤਮਾ ਦੀ ਸਿਫਤ ਨਾਲ ਕੀਤੀ ਹੈ, ਜਿਵੇਂ ਕਿ ਸਹੀ ਸੱਚ ਖੁਦਾਵੰਦ ਬਾਦਸ਼ਾਹ ਸੱਚੇ ਕੰਮ ਤੇਰੇ ਸੁਭਾਨਾ ਸਰਪਰ ਓਹਾ ਹੋਸੀਆ ਜਿਹੜੀ ਲਿਖੀ ਹੈ ਵਿੱਚ ਕੁਰਾਨਾ। ਦੂਜੀ ਪੌੜੀ ਦੇ ਵਿੱਚ ਤੈਮੂਰ ਤੋਂ ਲੈ ਕੇ ਉਸ ਸਮੇਂ ਦਾ ਤੱਕ ਦਾ ਸਾਰਾ ਇਤਿਹਾਸ ਪੇਸ਼ ਕੀਤਾ ਗਿਆ ਹੈ ਅਤੇ ਤੀਜੇ ਕਾਂਡ ਦੇ ਵਿੱਚ ਤੈਮੂਰ ਦੇ 7 ਲੱਖ ਘੋੜਿਆਂ ਦਾ ਜ਼ਿਕਰ ਆਉਂਦਾ ਹੈ। ਚੌਥੀ ਕਾਂਡ ਜਾਂ ਪੌੜੀ ਦੇ ਵਿੱਚ ਸੈਯਦ ਭਰਾਵਾਂ ਦੁਆਰਾ ਫਰਖੁਸ਼ੀਅਰ ਨੂੰ ਗੱਦੀ 'ਤੇ ਬਿਠਾਉਣ ਤੋਂ ਬਾਅਦ ਉਸ ਨੂੰ ਕੈਦ ਕਰਕੇ ਧੋਖੇ ਦੇ ਨਾਲ ਜੋ ਕਤਲ ਕਰਵਾਉਣ ਦੀ ਘਟਨਾ ਨੂੰ ਬਿਆਨ ਕੀਤਾ ਗਿਆ ਹੈ। ਪੰਜਵੀਂ ਅਤੇ ਛੇਵੀਂ ਜੋ ਪੌੜੀ ਹੈ ਜਾਂ ਕਾਂਡ ਹੈ ਉਸ ਦੇ ਵਿੱਚ ਦਿੱਲੀ ਦਰਬਾਰ ਦੀ ਫੁੱਟ ਨੂੰ ਦਰਸਾਇਆ ਗਿਆ ਹੈ। 7ਵੀਂ ਤੋਂ ਲੈ ਕੇ 12ਵੀਂ ਪੌੜੀ ਤੱਕ ਨਾਰਦ ਦਾ ਜੋ ਹੈ ਮੁਹੰਮਦ ਸ਼ਾਹ ਰੰਗੀਲੇ ਨੂੰ ਉਕਸਾਉਣਾ ਅਤੇ ਕੱਲ ਦੁਆਰਾ ਨਾਦਰ ਸ਼ਾਹ ਨੂੰ ਭੜਕਾਉਣਾ, ਇਹਨਾਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। 13ਵੀਂ ਤੋਂ 15ਵੀਂ ਪੌੜੀ ਦੇ ਵਿੱਚ ਕੰਧਾਰ 'ਤੇ ਚੜ੍ਹਾਈ ਦਾ ਜ਼ਿਕਰ ਆਉਂਦਾ ਹੈ ਅਤੇ 16ਵੀਂ ਤੋਂ ਲੈ ਕੇ 21ਵੀਂ ਪੌੜੀ ਦੇ ਵਿੱਚ ਨਿਜ਼ਾਮੁਲ ਅਤੇ ਏਲਚੀ ਵਿੱਚ ਜਿਹੜੇ ਕੌਲ ਕਰਾਰ ਹੁੰਦੇ ਹਨ ਆਪਣੇ ਹਿੱਤਾਂ ਦੇ ਲਈ ਆਪਣੇ ਫਾਇਦਿਆਂ ਨੂੰ ਮੁੱਖ ਰੱਖ ਕੇ ਉਹਨਾਂ ਦਾ ਜ਼ਿਕਰ ਹੈ। 22ਵੀਂ ਤੋਂ ਲੈ ਕੇ 32ਵੀਂ ਪੌੜੀ ਜਿਹੜੀ ਹੈ ਉਹ ਗਜ਼ਨੀ ਜਾਂ ਲਾਹੌਰ ਦਰਬਾਰ ਦੇ ਉੱਤੇ ਜੋ ਫਤਿਹ ਹੁੰਦੀ ਹੈ ਉਸ ਨੂੰ ਦਰਸਾਇਆ ਗਿਆ ਹੈ ਅਤੇ 34ਵੀਂ ਤੋਂ 38ਵੀਂ ਪੌੜੀ ਦੇ ਵਿੱਚ ਦਿੱਲੀ ਦਾ ਹਾਲ ਅਤੇ ਕਿਸ ਤਰ੍ਹਾਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਹਮਲਾ ਕੀਤਾ, ਕਿਸ ਤਰ੍ਹਾਂ ਸੰਨਿਆਸੀਆਂ ਨੇ ਉਹਦਾ ਸਭ ਤੋਂ ਪਹਿਲਾਂ ਸਾਹਮਣਾ ਕੀਤਾ, ਫਿਰ ਕਰਨਾਲ ਦੀ ਜੋ ਹੈ ਫੈਸਲਾਕੁਨ ਲੜਾਈ ਹੁੰਦੀ ਹੈ। ਅਤੇ ਇਸ ਤਰ੍ਹਾਂ ਇਹਨਾਂ 38 ਕਾਂਡਾਂ ਦੇ ਵਿੱਚ ਜਾਂ 38 ਪੌੜੀਆਂ ਦੇ ਵਿੱਚ ਨਜ਼ਾਬਤ ਨੇ ਨਾਦਰ ਸ਼ਾਹ ਦੀ ਵਾਰ ਨੂੰ ਸੰਪੂਰਨ ਕੀਤਾ ਹੈ। ਜਿੱਥੋਂ ਤੱਕ ਇਸ ਵਾਰ ਦੇ ਵਿਸ਼ਾ ਪੱਖ ਦਾ ਸਵਾਲ ਹੈ, ਇਸ ਦੇ ਵਿੱਚ ਲੇਖਕ ਨੇ ਸਭ ਤੋਂ ਪਹਿਲਾਂ ਇਤਿਹਾਸਕ ਸੱਚਾਈ ਜਿਹੜੀ ਹੈ ਉਸ ਨੂੰ, ਕਿਉਂਕਿ ਜਿੰਨੀਆਂ ਵੀ ਪੌੜੀਆਂ ਹਨ ਇਹ ਇੱਕ ਕਹਾਣੀ ਵਾਂਗ ਇੱਕ ਕਰਮਵਾਰ ਘਟਨਾਵਾਂ ਚੱਲਦੀਆਂ ਹਨ। ਨਜ਼ਾਬਤ ਨੇ ਇਸ ਵਾਰ ਵਿੱਚ ਇਤਿਹਾਸਕ ਸੱਚਾਈ ਨੂੰ ਅਸਲ ਦੇ ਵਿੱਚ ਬਿਆਨ ਕੀਤਾ ਹੈ ਅਤੇ ਪੀਰ ਮੁਹੰਮਦ ਵਾਂਗ ਉਸਨੇ ਕਿਸੇ ਤਰ੍ਹਾਂ ਦਾ ਕੋਈ ਜੋ ਹੈ ਨਿਰਪੱਖਤਾ ਪੱਖਪਾਤ ਵਾਲਾ ਨਜ਼ਰੀਆ ਨਹੀਂ ਧਾਰਨ ਕੀਤਾ, ਕਿਉਂਕਿ ਨਿਰਪੱਖ ਰਹਿ ਕੇ ਇਸ ਬਿਊਰੇ ਨੂੰ ਉਸਨੇ ਬਿਆਨ ਕੀਤਾ ਹੈ। ਅਤੇ ਨਜ਼ਾਬਤ ਜੋ ਸੀ ਇੱਕ ਦੇਸ਼ ਭਗਤ ਕਵੀ ਵੀ ਸੀ, ਕਿਉਂਕਿ ਅਸਲ ਦੇ ਵਿੱਚ ਨਜ਼ਾਬਤ ਜਿਹੜਾ ਸੀ ਉਹ ਬੇਸਿਕਲੀ ਹਿੰਦੁਸਤਾਨੀ ਸੀ
ਉਸਨੇ ਆਪਣੀ ਰਚਨਾ ਵਿੱਚ ਪਹਿਲੀ ਵਾਰੀ ਹਿੰਦੁਸਤਾਨੀ ਸ਼ਬਦ ਜਿਹੜਾ ਹੈ, ਇਸ ਦੀ ਸਭ ਤੋਂ ਪਹਿਲੀ ਵਾਰ ਜੇਕਰ ਕੋਈ ਸਾਨੂੰ ਸਾਹਿਤ ਦੇ ਵਿੱਚ ਪ੍ਰਮਾਣ ਮਿਲਦਾ ਹੈ ਜਾਂ ਹਵਾਲਾ ਮਿਲਦਾ ਹੈ ਤਾਂ ਉਹ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਮਿਲਦਾ ਹੈ, ਜੋ ਕਿ ਨਜ਼ਾਬਤ ਦੁਆਰਾ ਲਿਖੀ ਗਈ ਹੈ। ਅਤੇ ਉਸਨੇ ਨਿਜ਼ਾਮੁਲ ਮੁਲਕ ਜਿਹੜਾ ਸੀ ਉਸਨੂੰ ਬੜੀਆਂ ਲਾਹਨਤਾਂ ਪਾਈਆਂ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਜੋ ਵਿਦੇਸ਼ੀ ਬਾਦਸ਼ਾਹ ਨਾਦਰ ਸ਼ਾਹ ਹੈ ਉਸ ਦੇ ਨਾਲ ਕਿਸੇ ਤਰ੍ਹਾਂ ਦੀ ਸਾਂਠ-ਗਾਂਠ ਕਰਕੇ ਉਸ ਦਾ ਹਿੰਦੁਸਤਾਨ ਦੇ ਉੱਤੇ ਹਮਲਾ ਕਰਵਾਇਆ ਜਾਵੇ। ਅਤੇ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਦੇਸ਼ ਦੀ ਬਰਬਾਦੀ ਹੋਈ ਜਾਂ ਘਰ ਦੇ ਭੇਤ ਖੋਲ੍ਹੇ ਗਏ। ਇਸ ਲਈ ਉਹ ਲਿਖਦਾ ਵੀ ਹੈ ਕਿ ਨਾ ਕੀਤੀ ਨਿਮਕ ਹਲਾਲੀ ਜੂਫ ਤੁਰਾਨੀਆਂ, ਉਹਨਾਂ ਘਰ ਚੁਗੱਤੇ ਦੇ ਬਾਲੀ ਆਤਿਸ਼ ਆਣ ਕੇ, ਉਹਨਾਂ ਰੁੱਕਾ ਲਿਖ ਜਵਾਲੀ ਭਾਵ ਜਵਾਬੀ ਭੇਜਿਆ ਨਜ਼ਰ ਸ਼ਾਹ, ਮੈਦਾਨ ਦਿੱਲੀ ਦਾ ਖਾਲੀ ਬੋਧਾ ਬਾਦਸ਼ਾਹ। ਭਾਵ ਇਸ ਤਰ੍ਹਾਂ ਘਰ ਦਾ ਭੇਦੀ ਲੰਕਾ ਢਾਈ ਵਾਲੀ ਸਥਿਤੀ ਜਿਹੜੀ ਹੈ ਪਹਿਲੋਂ ਇੱਥੋਂ ਹੀ ਸ਼ੁਰੂ ਕੀਤੀ ਗਈ, ਤਾਂ ਹੀ ਨਾਦਰ ਸ਼ਾਹ ਜੇ ਹਮਲਾਵਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ। ਇਸ ਲਈ ਨਜ਼ਾਬਤ ਜਿਹੜਾ ਸੀ, ਭਾਵੇਂ ਉਹ ਮੁਗਲ ਰਾਜ ਦਾ ਹਾਮੀ ਸੀ, ਪਰ ਮੁਹੰਮਦ ਸ਼ਾਹ ਰੰਗੀਲੇ ਨੂੰ ਅਯਾਸ਼ੀ ਵਿੱਚ ਰੁੱਝਾ ਵੇਖ ਕੇ ਮਲਕਾ ਜ਼ਮਾਨੀ ਦਾ ਉਸ ਉੱਪਰ ਜੋ ਅਸਰ ਹੋਇਆ ਸੀ, ਉਸ ਸਦਕਾ ਜੋ ਦਰਬਾਰ ਦੀ ਸਥਿਤੀ ਸੀ, ਜਿਸ ਤਰ੍ਹਾਂ ਬਾਦਸ਼ਾਹ ਦਾ ਰੋਹਬ ਖਤਮ ਹੋ ਰਿਹਾ ਸੀ, ਉਸਨੇ ਦੇਸ਼ ਦੇ ਹਿੱਤਾਂ ਦੇ ਲਈ ਇਹਨਾਂ ਸਾਰੀਆਂ ਘਟਨਾਵਾਂ ਨੂੰ ਅਨਰਥ ਮੰਨਿਆ ਹੈ। ਅਸਲ ਦੇ ਵਿੱਚ ਉਹ ਚਾਹੁੰਦਾ ਸੀ ਕਿ ਘਰ ਦਾ ਝਗੜਾ ਜਿਹੜਾ ਹੈ ਉਹ ਘਰ ਦੇ ਵਿੱਚ ਹੀ ਨਿਬੇੜਿਆ ਜਾਵੇ। ਕਿਸੇ ਤਰ੍ਹਾਂ ਦੀਆਂ ਜੋ ਘਰੇਲੂ ਕਮਜ਼ੋਰੀਆਂ ਹਨ ਜਾਂ ਘਰੇਲੂ ਜਿਹੜੇ ਨਿੱਕੇ ਨਿੱਕੇ ਝਗੜੇ ਹਨ, ਉਸ ਨੂੰ ਜਿਹੜੀ ਹੈ ਤੁਖੜਾ ਨਾ ਦਿੱਤੀ ਜਾਵੇ, ਉਸ ਨੂੰ ਵਧਾਇਆ ਨਾ ਜਾਵੇ। ਤਾਂ ਇਸੇ ਕਰਕੇ ਹੀ ਉਹ ਨਾਦਰ ਸ਼ਾਹ ਨੂੰ ਸੱਦੇ ਦੇਣ ਵਾਲੇ ਤੁਰਾਨੀਆਂ ਨੂੰ ਜੋ ਹੈ ਲਾਹਨਤਾਂ ਪਾਉਂਦਾ ਹੋਇਆ ਲਿਖਦਾ ਹੈ ਕਿ ਬੁਰਾ ਕੀਤਾ ਤੁਰਾਨੀਆਂ ਮੁੜ ਦੂਜੀ ਵਾਰੀ, ਉਹਨਾਂ ਦਸਤਾਰ ਮੁਬਾਰਕ ਆਪਣੀ ਚਾ ਆਪ ਉਤਾਰੀ, ਦਾੜੀ ਕਿਸੇ ਨਾ ਵੇਚੀਆਂ ਹੱਥ ਦੇ ਵਪਾਰੀ, ਉਹਨਾਂ ਸੱਦ ਕੇ ਆਂਦਾ ਨਜ਼ਰ ਸ਼ਾਹ ਤੇ ਦੇ ਰਿਸ਼ਵਤ ਭਾਰੀ, ਉਹਨਾਂ ਕਾਲੀ ਧੌਲੀ ਪਕੜ ਕੇ ਹਿੱਕ ਅੱਗੇ ਮਾਰੀ। ਇਸ ਤਰ੍ਹਾਂ ਨਾਦਰ ਸ਼ਾਹ ਜਿਹੜਾ ਹੈ ਉਹ ਇੱਕ ਦੇਸ਼ ਭਗਤ ਕਵੀ ਨਿਬੜਦਾ ਹੈ। ਉਸ ਦੇ ਕੋਲ ਵਾਕਫੀਅਤ ਦਾ ਭੰਡਾਰ ਹੈ, ਕਿਉਂਕਿ ਉਸਨੇ ਜੋ ਇਸ ਵਾਰ ਦੇ ਵਿੱਚ ਇਤਿਹਾਸਕ ਮਿਥਿਹਾਸਕ ਜਾਂ ਹੋਰ ਪਾਤਰਾਂ ਦਾ ਜ਼ਿਕਰ ਕੀਤਾ ਹੈ ਉਹ ਬੇਮਿਸਾਲ ਹਨ। ਕਿਉਂਕਿ ਮਿਥਿਹਾਸਕ ਪਾਤਰ ਜਿਵੇਂ ਕੱਲ ਤੇ ਨਾਰਦ, ਹਜ਼ਰਤ ਅਲੀ, ਮੂਸਾ ਜਾਂ ਹਜ਼ਰਤ ਇਬਰਾਹਿਮ, ਇਜ਼ਰਾਈਲ, ਕੌਰਵ, ਇਹਨਾਂ ਦਾ ਇਸ ਵਾਰ ਦੇ ਵਿੱਚ ਬੜਾ ਜ਼ਿਕਰ ਮਿਲਦਾ ਹੈ। ਦੂਜੇ ਪਾਸੇ ਇਤਿਹਾਸਕ ਪਾਤਰ ਜਿਵੇਂ ਨਾਦਰ ਸ਼ਾਹ, ਮੁਹੰਮਦ ਸ਼ਾਹ, ਖਾਨ ਦੌਰਾ, ਸ਼ਾਹਬਾਜ਼ ਖਾਂ, ਮੁਜ਼ੱਫਰ, ਸ਼ਦਾਦ ਖਾਂ, ਇਹ ਵੀ ਇਸ ਵਾਰ ਦੀ ਪ੍ਰਮਾਣਿਕਤਾ ਦਾ ਪੁਖਤਾ ਪ੍ਰਮਾਣ ਹਨ। ਹੋਰ ਵੀ ਪਾਤਰ ਹਨ ਜਿਵੇਂ ਮਿਰਜ਼ਾ ਨੂਰ ਬੇਗ, ਅਫਜ਼ਲ ਕੁਲੀ, ਸੈਯਦ ਖਾਂ। ਇਹਨਾਂ ਸਾਰਿਆਂ ਹਵਾਲਿਆਂ ਸਦਕਾ ਅਸੀਂ ਕਹਿ ਸਕਦੇ ਹਾਂ ਕਿ ਨਜ਼ਾਬਤ ਦੇ ਕੋਲ ਵਾਕਫੀਅਤ ਦਾ ਭੰਡਾਰ ਸੀ, ਗਿਆਨ ਦਾ ਉਹ ਇੱਕ ਜਿਉਂਦਾ ਜਾਗਦਾ ਸਰੋਵਰ ਸੀ। ਪੰਜਾਬੀ ਜੀਵਨ ਦੀ ਵੀ ਉਸਨੇ ਭਰਪੂਰ ਚਿੱਤਰਕਾਰੀ ਕੀਤੀ ਹੈ ਇਸ ਵਾਰ ਦੇ ਵਿੱਚ, ਕਿਉਂਕਿ ਉਸਨੇ ਇਸ ਰਚਨਾ ਵਿੱਚ ਪੰਜਾਬੀ ਮੇਲਿਆਂ, ਤਿਉਹਾਰਾਂ ਅਤੇ ਰੁੱਤਾਂ ਦਾ ਵਰਣਨ ਵੀ ਕੀਤਾ ਹੈ। ਉਸਨੇ ਪੰਜਾਬੀ ਜੀਵਨ ਦਾ ਇੱਕ ਭਰਪੂਰ ਚਿੱਤਰ ਜਾਂ ਸੁੰਦਰਤਾ ਦੀ ਜੋ ਖੂਬਸੂਰਤੀ ਦੀ ਜੋ ਮਿਸਾਲ ਪੇਸ਼ ਕੀਤੀ ਹੈ ਉਹ ਵੀ ਆਪਣੇ ਆਪ ਵਿੱਚ ਸਲਾਹੁਣਯੋਗ ਹੈ। ਉਸਨੇ ਪੰਜਾਬ ਨੂੰ ਰੱਜ ਕੇ ਸਰਾਹਿਆ ਹੈ ਇਸ ਵਾਰ ਦੇ ਵਿੱਚ। ਜਿਵੇਂ ਉਹ ਲਿਖਦਾ ਹੈ ਕਿ ਸਾਡਾ ਮੁਲਕ ਪੰਜਾਬ ਤੇ ਹਿੰਦ ਜ਼ਗੀਰ, ਜਾਂ ਦੂਜੇ ਪਾਸੇ ਉਹ ਪੰਜਾਬੀਆਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਹੋਇਆ ਲਿਖਦਾ ਹੈ ਕਿ ਪਰ ਸਿਰ ਦੇਣਾ ਮਨਜ਼ੂਰ ਹੈ ਜੇ ਹਿੰਦ ਨਾ ਜਾਏ, ਭਾਵ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਵੀ ਆਪਣੇ ਦੇਸ਼ ਕੌਮ ਦੀ ਰੱਖਿਆ ਦੇ ਲਈ ਇਹ ਪੰਜਾਬੀ ਜੋ ਹਨ, ਹਿੰਦੁਸਤਾਨੀ ਜੋ ਹਨ, ਉਹ ਮੂਹਰੇ ਰਹਿੰਦੇ ਹਨ। ਜਿੱਥੋਂ ਤੱਕ ਕਲਾ ਪੱਖ ਦਾ ਜ਼ਿਕਰ ਹੈ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਮੰਗਲਾਚਰਨ ਵਾਰ ਦਾ ਜਿਹੜਾ ਹੈ ਇੱਕ ਅਸੂਲ ਹੈ, ਇੱਕ ਸਿਧਾਂਤ ਹੈ ਕਿ ਕੋਈ ਵੀ ਵਾਰਕਾਰ ਮੰਗਲਾਚਰਨ ਤੋਂ ਹੀ ਆਪਣੀ ਸਿਰਜਣਾ ਦੀ ਸ਼ੁਰੂਆਤ ਕਰਦਾ ਹੈ। ਜਿੰਨੇ ਵੀ ਸਾਡੇ ਮੱਧਕਾਲੀ ਲੇਖਕ ਸ਼ਾਇਰ ਹੋਏ ਹਨ, ਉਹਨਾਂ ਨੇ ਮੰਗਲਾਚਾਰ ਦੀ ਜਿਹੜੀ ਪਿਰਤ ਹੈ ਇਸ ਨੂੰ ਜੋ ਹੈ ਬੜੀ ਸੰਜੀਦਗੀ ਦੇ ਨਾਲ ਨਿਭਾਇਆ ਹੈ। ਜਿਵੇਂ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਹਿੰਦੁਸਤਾਨ ਦੀ ਸਥਿਤੀ ਬਿਆਨ ਕਰਦਿਆਂ ਹੋਇਆ ਨਜ਼ਾਬਤ ਲਿਖਦਾ ਹੈ ਕਿ ਸਹੀ ਸੱਚ ਖੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ, ਸਰ ਪਰ ਉਹਾ ਹੁਸੀਆ, ਜਿਹੜੀ ਲਿਖੀ ਹੈ ਵਿੱਚ ਕੁਰਾਨਾ। ਦੂਜੇ ਪਾਸੇ ਦ੍ਰਿਸ਼ ਵਰਣਨ ਵੀ ਉਸਨੇ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ। ਜਿਵੇਂ ਉਹਨਾਂ ਨੱਕ ਫੀਨੇ ਸਿਰ ਤਾਉੜੇ, ਢਿੱਡ ਵਾਂਗ ਢਮੁੱਕੇ
ਉਹ ਹਿੱਕਾ ਨਾਰ ਹੰਡਾਮ ਦੇ ਤਾਂ ਪਾਈ ਸਕੇ। ਭਾਵ ਨਾਦਰ ਸ਼ਾਹ ਦੀ ਫੌਜ ਦੇ ਵਿੱਚ ਸ਼ਾਮਲ ਅਨੇਕਾਂ ਕਬੀਲਿਆਂ ਅਤੇ ਇਰਾਨੀਆਂ ਦਾ ਜੋ ਰਹਿਣ ਸਹਿਣ ਹੈ ਉਹ ਵੀ ਇਸ ਦੇ ਵਿੱਚ ਪੇਸ਼ ਕੀਤਾ ਹੈ ਉਸਨੇ। ਔਰ ਮੌਲਿਕਤਾ ਜਿਹੜੀ ਹੈ ਇਸ ਵਾਰ ਦੀ ਸਭ ਤੋਂ ਵੱਡੀ ਖੂਬੀ ਹੈ, ਕਿਉਂਕਿ ਉਸਨੇ ਜੋ ਅਲੰਕਾਰ ਵਰਤੇ ਹਨ, ਜੋ ਸ਼ਬਦਾਵਲੀ ਵਰਤੀ ਹੈ, ਉਹ ਕੇਂਦਰੀ ਪੰਜਾਬੀ ਹੋਣ ਦੇ ਨਾਲ ਨਾਲ ਮੌਲਿਕ ਵੀ ਹੈ। ਉਸ ਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਉਸ ਨੂੰ ਗੱਲ ਕਹਿਣ ਦੀ ਜਾਚ ਹੈ। ਜਿਵੇਂ ਉਹ ਅਲੰਕਾਰਾਂ ਜਾਂ ਅਟੱਲ ਸੱਚਾਈਆਂ ਦਾ ਵੀ ਉਸਨੇ ਜ਼ਿਕਰ ਕੀਤਾ ਹੈ। ਭਾਵ ਦਾੜੀ ਤੇ ਦਸਤਾਰ ਇਹ ਮਰਦ ਨਿਸ਼ਾਨੀ, ਜਾਂ ਖੁਸਰੇ ਬੱਧੀ ਪਗੜੀ ਕੀ ਮਰਦ ਕਹਾਵੇ, ਜਾਂ ਤੇ ਬਾਝੋਂ ਖਾਵੰਦ ਕਿਆ ਕਰੇ ਸ਼ਿੰਗਾਰ ਜਨਾਨੀ, ਜਾਂ ਤੇ ਕਿਆ ਕੁਸ਼ਤੀ ਭਲਵਾਨ ਦੀ ਬਿਨ ਜ਼ੋਰ ਜਵਾਨੀ। ਇਸ ਤਰ੍ਹਾਂ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਨਜ਼ਾਬਤ ਨੇ ਅਟੱਲ ਸੱਚਾਈਆਂ ਨੂੰ ਵੀ ਬਖੂਬੀ ਪੇਸ਼ ਕੀਤਾ ਹੈ। ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ। ਫਾਰਸੀ, ਬ੍ਰਿਜੀ ਅਤੇ ਹਿੰਦੀ ਸ਼ਬਦਾਵਲੀ ਦਾ ਵੀ ਬੜੀ ਸੂਝ-ਬੂਝ ਦੇ ਨਾਲ ਵਰਣਨ ਕੀਤਾ ਹੈ ਅਤੇ ਉਸਦੀ ਰਚਨਾ ਵਿੱਚ ਗਜ਼ਾਲੀ, ਤਬਕ, ਸਿੱਦਕ, ਕਾਤਲ, ਕੈਫੀ, ਜ਼ਾਬਤਾ ਆਦਿ ਫਾਰਸੀ ਦੇ ਸ਼ਬਦ ਹਨ। ਅਵਧੂਤ, ਆਗਾਜ਼ ਅਤੇ ਮੂਰਛਤ ਆਦਿ ਸੰਸਕ੍ਰਿਤ ਭਾਸ਼ਾਵਾਂ ਦੇ ਸ਼ਬਦ ਵੀ ਉਸਨੇ ਬੜੀ ਖੂਬਸੂਰਤੀ ਦੇ ਨਾਲ ਚਿਤਰੇ ਹਨ। ਸੋ ਸਭ ਤੋਂ ਵੱਡੀ ਖੂਬੀ ਜਿਹੜੀ ਹੈ ਇਸ ਵਾਰ ਦੀ ਉਹ ਹੈ ਛੰਦ, ਕਿਉਂਕਿ ਪੌੜੀ ਜੋ ਹੈ ਛੰਦ ਦੀ ਜਾਨ ਹੈ। ਔਰ ਨਜ਼ਾਬਤ ਨੇ ਪੌੜੀ ਦੇ ਅਧੀਨ ਜੋ ਹੈ ਨਿਸ਼ਾਨੀ ਅਤੇ ਸਿਰਖੰਡੀ ਦੋਹਾਂ ਛੰਦਾਂ ਦੀ ਬੜੀ ਖੂਬਸੂਰਤੀ ਦੇ ਨਾਲ ਵਰਤੋਂ ਕੀਤੀ ਹੈ। ਚੰਡੀ ਦੀ ਵਾਰ ਤੋਂ ਬਾਅਦ ਜੇਕਰ ਕਿਸੇ ਵਾਰ ਦੇ ਵਿੱਚ ਪੌੜੀ ਦੇ ਦੋਹੇ ਰੂਪ ਨਿਸ਼ਾਨੀ ਅਤੇ ਸਿਰਖੰਡੀ ਦੀ ਵਰਤੋਂ ਕੀਤੀ ਹੈ ਅਤੇ ਉਸ ਦਾ ਸਿਰਾ ਸਿਰਫ ਔਰ ਸਿਰਫ ਨਾਦਰ ਸ਼ਾਹ ਦੀ ਰਚਨਾ ਜੋ ਹੈ ਵਾਰ ਹੈ, ਜੋ ਨਜ਼ਾਬਤ ਦੁਆਰਾ ਲਿਖੀ ਗਈ ਹੈ, ਨਜ਼ਾਬਤ ਨੂੰ ਜਾਂਦਾ ਹੈ। ਨਜ਼ਾਬਤ ਅਸਲ ਦੇ ਵਿੱਚ ਇੱਕ ਨਿਰਪੱਖ ਲੇਖਕ ਵਾਂਗ ਯੁੱਧ ਵਿੱਚ ਜੁਟੇ ਦੋਹਾਂ ਪਾਸਿਆਂ ਦੇ ਯੋਧਿਆਂ ਦੀ ਵੀ ਭਰਪੂਰ ਤਾਰੀਫ ਕਰਦਾ ਹੈ, ਜੋ ਕਿ ਵਾਰ ਦਾ ਨਿਯਮ ਹੈ। ਉਸਨੇ ਲੜਾਈ ਵਿੱਚ ਬੜੀ ਸੂਰਮਗਤੀ ਵਿਖਾਉਣ ਵਾਲੇ ਜੋ ਇਤਿਹਾਸਕ ਪਾਤਰ ਸਨ, ਭਾਵੇਂ ਉਹ ਮੁਜ਼ੱਫਰ ਹੈ, ਭਾਵੇਂ ਕਾਤਲ ਕੁਲੀ ਹੈ, ਆਕਲ ਹੈ, ਸ਼ਾਹ ਗਿਜ਼ਾਨੀ ਹੈ ਜਾਂ ਖਾਨ ਦੌਰਾ ਹੈ, ਇਹਨਾਂ ਦੀ ਲੜਾਈ ਦੇ ਵਿੱਚ ਜੋ ਕਰਾਰੇ ਹੱਥ ਵਿਖਾਏ ਗਏ ਹਨ ਉਹਨਾਂ ਦੀ ਵੀ ਕਾਇਲ ਹੋਏ ਬਿਨਾਂ, ਉਹਨਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਸੋ ਸਮੁੱਚੇ ਰੂਪ ਦੇ ਵਿੱਚ ਜੇਕਰ ਕਿਹਾ ਜਾ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਚੰਡੀ ਦੀ ਵਾਰ, ਜੋ ਕਿ ਵਾਰ ਸਾਹਿਤ ਦਾ ਇੱਕ ਚੰਨ ਹੋਣ ਦਾ ਜਿਸ ਨੂੰ ਮਾਣ ਹਾਸਿਲ ਹੈ, ਅਤੇ ਜੇਕਰ ਦੂਜਾ ਸਥਾਨ ਆਉਂਦਾ ਹੈ ਤਾਂ ਉਹ ਹੈ ਨਜ਼ਾਬਤ ਦੁਆਰਾ ਲਿਖੀ ਗਈ ਨਾਦਰ ਸ਼ਾਹ ਦੀ ਵਾਰ, ਜੋ ਕਿ ਆਪਣੇ ਸਾਹਿਤਕ ਪੱਖੋਂ, ਕਲਾ ਪੱਖੋਂ, ਵਿਸ਼ੇ ਪੱਖੋਂ, ਰੂਪਕ ਪੱਖੋਂ, ਹਰ ਪੱਖੋਂ ਜੋ ਹੈ ਪੰਜਾਬੀ ਸਾਹਿਤ ਦੀ ਇੱਕ ਵਡਮੁੱਲੀ ਰਚਨਾ ਸਾਬਿਤ ਹੋਈ ਹੈ। ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਜੋ ਹੈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਇਹ ਅੱਜ ਦਾ ਉਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਾ, ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਰੂਪ ਦੇ ਵਿੱਚ ਦੱਸਦੇ ਰਿਹਾ ਕਰੋ, ਤਾਂ ਜੋ ਸਾਨੂੰ ਵੀ ਆਪਣੀਆਂ ਜੋ ਖੂਬੀਆਂ ਹਨ ਜਾਂ ਖਾਮੀਆਂ ਹਨ ਉਹਨਾਂ ਤੋਂ ਦੇ ਬਾਰੇ ਗਿਆਨ ਹੁੰਦਾ ਰਹੇ। ਸੋ ਮਿਲਾਂਗੇ ਕਿਸੇ ਅਗਲੀ ਲੈਕਚਰ ਲੜੀ ਦੇ ਵਿੱਚ। ਤਦ ਤੱਕ ਲਈ ਚੈਨਲ ਨੂੰ ਸੁਣਦੇ ਰਹਿਣਾ। ਹੋਰ ਵੀਡੀਓਜ਼ ਵੀ ਜਿਹੜੀਆਂ ਇਸ ਚੈਨਲ ਦੀਆਂ ਹਨ ਉਹਨਾਂ ਦੇ ਵਿੱਚ ਵੀ ਜਿਹੜੀਆਂ ਪਲੇਲਿਸਟ ਹਨ ਉਹਨਾਂ ਦੇ ਵਿੱਚ ਜਿੰਨੀਆਂ ਵੀਡੀਓਜ਼ ਹਨ ਆਪਣੇ ਸਿਲੇਬਸ ਦੇ ਨਾਲ ਸੰਬੰਧਿਤ, ਆਪਣੇ ਵਿਸ਼ੇ ਦੇ ਨਾਲ ਸੰਬੰਧਿਤ, ਉਹਨਾਂ ਨੂੰ ਸੁਣ ਕੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਚੈਨਲ ਨੂੰ ਸ਼ੇਅਰ ਕਰਦੇ ਰਹਿਣਾ, ਸਬਸਕ੍ਰਾਈਬ ਕਰਦੇ ਰਹਿਣਾ ਅਤੇ ਲਾਈਕ ਵੀ ਕਰਦੇ ਰਹਿਣਾ। ਸੋ ਤਦ ਤੱਕ ਲਈ ਇਜਾਜ਼ਤ, ਧੰਨਵਾਦ।